ਤਾਂ ਵਾਪਸ ਅਸੀਂ ਆਪਣੀ ਚਰਚਾ ਨੂੰ ਅੱਗੇ ਵਧਾਉਂਦੇ ਹਾਂ। ਜੈ ਬੰਸ ਜੀ, ਮੈਂ ਕਈ ਵਾਰ ਵਿੱਚੋਂ ਖਬਰ ਆ ਜਾਂਦੀ ਹੈ ਵੱਡੀ ਤੇ ਦੱਸਣੀ ਜ਼ਰੂਰੀ ਹੁੰਦੀ ਹੈ। ਆਪਾਂ ਜਿਹੜੇ ਮੁੱਦੇ ਦਾ ਜ਼ਿਕਰ ਕਰ ਰਹੇ ਹਾਂ, ਜਿਵੇਂ ਸਰੰਗਲ ਸਾਹਿਬ ਨੇ ਗੱਲ ਕਹੀ ਜਾਂ ਨੀਲ ਗਰਗ ਜੀ ਨੇ ਗੱਲ ਕਹੀ, ਗਰੇਵਾਲ ਸਾਹਿਬ ਆਪਣੇ ਤਰੀਕੇ ਨਾਲ ਉਹਨਾਂ ਨੇ ਤਰਕ ਦਿੱਤਾ ਹੈ। ਸੋ ਸਵਾਲ ਹੈ ਇਸ ਵੇਲੇ ਅਸੀਂ ਜਿਹੜਾ ਅਮਰੀਕਾ ਦੇ ਵਿੱਚ ਘਟਨਾਕ੍ਰਮ ਹੋਇਆ, ਕਾਂਡ ਵਾਪਰਿਆ, ਜਿਵੇਂ ਉਹਨਾਂ ਨੇ ਕਿਹਾ ਕਿ ਪੂਰੀ ਇੱਕ ਪ੍ਰੋਸੈਸ ਜਿਹੜੀ ਆ ਉਸ ਨੂੰ ਬੜਾ ਸਖਤ ਕਰ ਦਿੱਤਾ ਗਿਆ, ਬਹੁਤ ਪੜਾਵਾਂ ਚੋਂ ਲੰਘਣਾ ਪੈਂਦਾ, ਹਰ ਤਰ੍ਹਾਂ ਦਾ ਚੈੱਕਅਪ ਹੁੰਦਾ ਹੈ। ਪਰ ਕੀ ਤੁਸੀਂ ਸਮਝਦੇ ਹੋ ਕਿ ਫਿਰ ਵੀ ਉਸ ਚੀਜ਼ ਦੀ ਗਰੰਟੀ ਹੈ ਕਿ ਜੋ ਵਿਅਕਤੀ ਹਥਿਆਰ ਰੱਖਦਾ ਹੈ ਕੱਲ੍ਹ ਨੂੰ ਉਹ ਕਿਸੇ ਮੰਦਭਾਗੀ ਘਟਨਾ ਨੂੰ ਅੰਜਾਮ ਨਹੀਂ ਦੇਗਾ? ਥੈਂਕ ਯੂ ਬਰਾੜ ਸਾਹਿਬ। ਅੱਜ ਦੀ ਜਿਹੜੀ ਡਿਬੇਟ ਹੈ, ਇਸ ਡਿਬੇਟ ਦੇ ਵਿੱਚ ਮੈਂ ਬਿਲਕੁਲ ਨਾਨ ਪੋਲੀਟੀਕਲ ਤਰੀਕੇ ਦੇ ਨਾਲ ਬੋਲਣਾ ਚਾਹੁੰਦਾ। ਤੁਸੀਂ ਇੱਕ ਬਹੁਤ ਚੰਗਾ ਇੱਕ ਟੌਪਿਕ ਚੁਣਿਆ ਹੈ ਤੇ ਇਹਦੇ ਉੱਤੇ ਗੱਲ ਕਰਨੀ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲੇ ਤੇ ਸਰੰਗਲ ਸਾਹਿਬ ਦੀ ਮੈਂ ਪ੍ਰਸ਼ੰਸਾ ਕਰਨਾ ਕਿ ਉਹਨਾਂ ਨੇ ਬੜੇ ਇੱਕ ਟੈਕਨੀਕਲ ਤਰੀਕੇ ਦੇ ਨਾਲ ਸਾਡੇ ਜਿਹੜੀ ਰੂਲਸ ਐਂਡ ਰੈਗੂਲੇਸ਼ਨਸ ਨੇ ਇੰਡੀਆ ਦੇ ਵਿੱਚ ਉਹਨਾਂ ਨੂੰ ਸਮਝਾਇਆ। ਉਹਦੇ 'ਚ ਦੋ ਚੀਜ਼ਾਂ ਨੇ, ਇੱਕ ਤੇ ਹਥਿਆਰ ਉਹਨਾਂ ਜਗ੍ਹਾ 'ਚ ਮਿਲ ਸਕਦੇ ਨੇ ਜਿੱਥੇ ਮਿਲੀਟੈਂਟ ਅਟੈਕਸ ਹੁੰਦੇ ਨੇ, ਤੇ ਦੂਸਰਾ ਜਿਹੜੇ ਪਬਲਿਕ ਫਿਗਰਸ ਹੈਗੇ ਨੇ, MLA ਜਾਂ ਕੁਛ ਏਦਾਂ ਹੁੰਦੇ ਨੇ, ਪੋਲੀਟੀਸ਼ੀਅਨਸ ਜਾਂ ਪਬਲਿਕ ਦੇ ਵਿੱਚ ਮੂਵ ਕਰਨ ਵਾਲੇ, ਉਹਨਾਂ ਨੂੰ ਵੀ ਸਮਾਲ ਆਰਮਸ ਜਿਹੜੇ ਨੇ ਉਹਨਾਂ ਦੇ ਲਾਇਸੈਂਸਿਸ ਮਿਲ ਸਕਦੇ ਨੇ। ਤੇ ਜਿਹੜੇ 44 ਲੱਖ ਜਿਹੜੇ ਇੱਥੇ ਹੈਗੇ ਨੇ, ਇਹਨਾਂ ਵਿੱਚੋਂ ਮੋਸਟਲੀ ਜਿਹੜੇ ਪੁਰਾਣੇ ਹਥਿਆਰ ਨੇ ਉਹਨਾਂ ਨੂੰ ਹੀ ਰੀ ਲਾਇਸੈਂਸਿੰਗ ਹੁੰਦੀ ਜਾ ਰਹੀ ਹੈ। ਹੁਣ ਇਹ ਗੱਲ ਇਹ ਹੈ ਬਰਾੜ ਸਾਹਿਬ ਜੀ ਕਿ ਜਥੇਦਾਰ ਅਕਾਲ ਤਖਤ ਦੇ ਜਿਹੜਾ ਬਿਆਨ ਸੀਗਾ, ਉਹ ਮੈਂ ਪਹਿਲੇ ਵੀ ਕਿਹਾ ਸੀਗਾ ਕਿ ਉਹਨੂੰ ਸਪੈਸੀਫਿਕਲੀ ਇਸ ਮਾਡਰਨ ਵੈਪਨਸ ਅਗਰ ਉਹ ਨਾ ਕਹਿੰਦੇ ਮਾਡਰਨ ਵੈਪਨਸ, ਤੇ ਉਸ ਬਿਆਨ ਦੇ ਵਿੱਚ ਕੋਈ ਐਸੀ ਗੱਲ ਨਹੀਂ ਸੀ ਜਿਹੜੀ ਵਿਵਾਦ ਦੇ ਨਾਲ ਖੜੀ ਹੋ ਜਾਂਦੀ ਹੈ। ਪਰ ਜਦੋਂ ਉਹਨਾਂ ਨੇ ਮਾਡਰਨ ਵੈਪਨ ਕਿਹਾ, ਮੈਂ ਉਦੋਂ ਵੀ ਕਿਹਾ ਕਿ ਇਹ ਸੋਚਿਆ ਹੋਇਆ ਬਿਆਨ ਨਹੀਂ ਹੈ। ਉਹ ਮੈਂ ਐਜ਼ ਅ ਮਿਲਟਰੀ ਪਰਸਨ ਕਿਹਾ ਤੇ ਉਹ SGPC ਵਾਲਿਆਂ ਨੇ ਉਹਦਾ ਬੜਾ ਇਤਰਾਜ਼ ਕੀਤਾ। ਉਹ ਗੱਲ ਫੇਰ ਇਸ ਵੇਲੇ ਅੱਗੇ ਆ ਜਾਂਦੀ ਹੈ ਕਿ ਸਾਨੂੰ ਆਪਣੇ ਬੰਦਿਆਂ ਨੂੰ, ਪੰਜਾਬ ਨੂੰ, ਵੈਪਨਸ ਨੂੰ ਅਨਨੈਸੈਸਰੀਲੀ ਰੱਖਣ ਦੇ ਵਾਸਤੇ ਪ੍ਰੇਰਿਤ ਨਹੀਂ ਕਰਨਾ ਚਾਹੀਦਾ। ਇਨਫੈਕਟ ਉਹ ਜਿਹੜੇ ਸਾਡੇ ਬੱਚੇ ਪ੍ਰੇਰਿਤ ਹੋ ਰਹੇ ਨੇ ਗਾਣਿਆਂ ਦੇ ਨਾਲ, ਉਹਨਾਂ ਨੂੰ ਵੀ ਸਾਨੂੰ ਰੋਕਣਾ ਬਹੁਤ ਜ਼ਰੂਰੀ ਹੈ। ਇਹ ਪੂਰੀ ਦੁਨੀਆ ਦੀ ਇੱਕ ਰਿਕੁਆਇਰਮੈਂਟ ਹੈਗੀ ਹੈ। ਤੇ ਜਿੱਦਾਂ ਤੁਸੀਂ ਦੇਖ ਰਹੇ ਹੋ ਅਮਰੀਕਾ ਦੇ ਵਿੱਚ, ਤੁਸੀਂ ਇਹ ਸਮਝੋ ਕਿ ਅਮਰੀਕਾ ਦੇ ਵਿੱਚ ਉਹਨਾਂ ਦਾ ਜਿਹੜਾ ਅਮੈਂਡਮੈਂਟ 42 ਹੈ, ਉਹਦੇ ਹਿਸਾਬ ਦੇ ਨਾਲ ਫਰੀडम ਐਸੀ ਉੱਥੇ ਦਿੱਤੀ ਹੋਈ ਹੈ ਕਿ ਤੁਸੀਂ ਰੋਕ ਨਹੀਂ ਸਕਦੇ। ਉਹ ਵਾਈਲਡ ਵੈਸਟ ਦੇ ਜ਼ਮਾਨੇ ਸੀਗੇ, ਉਦੋਂ ਤੋਂ ਸੈਲਫ ਡਿਫੈਂਸ ਵਾਸਤੇ ਉਹਨਾਂ ਦੇ ਕੋਲ ਵੈਪਨਸ ਹੈਗੇ ਨੇ ਤੇ ਉਹ ਉਸ ਚੀਜ਼ ਨੂੰ ਰੋਕ ਨਹੀਂ ਸਕਦੇ। ਬਹੁਤ ਕੋਸ਼ਿਸ਼ ਕਰ ਰਹੇ ਨੇ ਰੋਕਣ ਦੀ, ਪਰ ਉਹ ਰੁਕਦੇ ਨਹੀਂ। ਉਹਨਾਂ ਨੇ ਕਿਹਾ ਕਿ ਬਹੁਤ ਹੋ ਗਿਆ, ਹੁਣ ਸਾਨੂੰ ਖੜੇ ਹੋਣ ਦੀ ਲੋੜ ਹੈ। ਇਹ ਮੈਂ ਤੁਹਾਨੂੰ ਦੱਸ ਰਿਹਾ ਬਰਾੜ ਸਾਹਿਬ, ਇੱਕ ਸੈਕਿੰਡ, ਇਹ ਜਿਹੜਾ ਬਹੁਤ ਹੋ ਗਿਆ ਨਾ, ਇਹ ਤੋਂ ਪਹਿਲੇ ਆਸਟ੍ਰੇਲੀਆ ਨੇ ਵੀ ਕਿਹਾ ਸੀਗਾ। ਆਸਟ੍ਰੇਲੀਆ ਦੇ ਵਿੱਚ ਵੀ ਸੇਮ ਇੱਕ ਤਰੀਕਾ ਸੀਗਾ। ਉਹਦੇ ਵਿੱਚ ਇੱਕ ਪੋਰਟ ਆਰਥਰ ਦੇ ਵਿੱਚ ਮੈਸੇਕਰ ਹੋਈ ਸੀ 1996 ਦੇ ਵਿੱਚ। ਉਹਦੇ ਬਾਅਦ ਆਸਟ੍ਰੇਲੀਆ ਨੇ ਆਪਣੇ ਜਿਹੜੇ ਵੈਪਨਸ ਦਾ ਜਿਹੜਾ ਸਿਸਟਮ ਹੈ ਉਹਨੂੰ ਚੇਂਜ ਕਰਕੇ ਕੰਜ਼ਰਵੇਟਿਵ ਅਪਰੋਚ ਲੈ ਕੇ ਆਏ ਸੀਗੇ। ਤੇ ਅਮਰੀਕਾ ਦੀ ਪ੍ਰੋਬਲਮ ਇਹ ਹੈ, ਸੈਕੰਡ ਅਮੈਂਡਮੈਂਟ ਦੇ ਵਿੱਚ ਤੁਸੀਂ ਦੇਖੋ ਇਹਨਾਂ ਦੀ ਪ੍ਰੋਬਲਮ ਕੋਵਿਡ ਦੇ ਵਿੱਚ ਵੀ ਪੈ ਗਈ ਸੀਗੀ ਕਿ ਅਸੀਂ ਟੀਕੇ ਨਹੀਂ ਲਗਾਣੇ। ਸੋ ਵੀ ਸ਼ੁੱਡ ਨਾਟ ਫੋਲੋ ਦੋਜ਼ ਥਿੰਗਸ ਆਫ ਅਮਰੀਕਾ, ਜਿਹੜਾ ਠੀਕ ਨਹੀਂ ਹੈ। ਦੂਸਰਾ ਮੈਂ ਤੁਹਾਨੂੰ ਦੱਸਾਂ ਕਿ 80% ਅਮਰੀਕਾ ਦੇ ਵਿੱਚ ਇਹ ਅਮੈਂਡਮੈਂਟ ਆ ਨਹੀਂ ਰਹੀ ਹੈ ਬਿਕੋਜ਼ ਆਫ ਦ ਗਨ ਲੌਬੀ। ਅਮਰੀਕਾ ਦੀ ਮੈਕਸਿਮਮ ਅਰਨਿੰਗ ਜਿਹੜੀ ਹੈ ਉਹ ਗਨ ਲੌਬੀ ਦੇ ਨਾਲ ਹੁੰਦੀ ਹੈ। ਗਨ ਲੌਬੀ ਜਿਹੜੀ ਇੰਟਰਨਲ ਵੀ ਦਿੰਦੀ ਹੈ ਹਥਿਆਰ ਤੇ ਬਾਹਰ ਵੀ ਦਿੰਦੀ ਹੈ। ਤੇ 80% ਇਹਨਾਂ ਚੀਜ਼ਾਂ ਦੇ ਬਾਰੇ ਵੀ ਸਾਨੂੰ ਬਹੁਤ ਜ਼ਿਆਦਾ ਖਿਆਲ ਕਰਨਾ ਚਾਹੀਦਾ ਹੈ। ਸੋ ਬੇਸਿਕਲੀ ਮੇਰੀ ਮਤ ਇਹ ਹੈ, ਨਾਨ ਪੋਲੀਟੀਕਲ ਅਪਰੋਚ ਦੇ ਵਿੱਚ ਕਹਿੰਦੇ ਹੋਏ ਕਿ ਚਲੋ ਕੁਝ ਸੋਚ ਕੇ ਸਾਡੇ ਮਾਨਯੋਗ ਅਕਾਲ ਤਖਤ ਜਥੇਦਾਰ ਸਾਹਿਬ ਨੇ ਕਿਹਾ ਹੋਏਗਾ, ਬਟ ਵੀ ਸ਼ੁੱਡ ਨਾਟ ਫੋਲੋ ਦੈਟ ਲਾਈਨ। ਸਾਨੂੰ ਲਾਈਨ ਜਿਹੜੇ ਬਾਕੀ ਐਂਗਲ ਨੇ ਉਹਨਾਂ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੈ। ਬੇਸਿਕਲੀ ਆਪਣਾ ਮਕਸਦ ਇਹ ਹੈ। ਸੁਖਦੇਵ ਜੀ ਬੈਠੇ ਨੇ, ਸੁਖਦੇਵ ਜੀ ਤੁਹਾਡੇ ਤੋਂ ਮੈਂ ਇੱਕ ਕਮੈਂਟ ਚਾਹੂੰਗਾ, ਫਿਰ ਮੈਂ ਵਾਪਸ ਗਰੇਵਾਲ ਜੀ ਦਾ ਰੁਖ ਕਰਦਾ। ਬੇਸਿਕਲੀ ਇਸ ਵੇਲੇ ਜ਼ਰੂਰਤ ਜਿਹੜੀ ਹੈ ਇਸ ਗੱਲ ਦੀ, ਕਿਉਂਕਿ ਜਿਵੇਂ ਪਹਿਲਾਂ ਜ਼ਿਕਰ ਹੋਇਆ, ਨੀਲ ਗਰਗ ਜੀ ਨੇ ਜ਼ਿਕਰ ਕੀਤਾ ਕਿ ਗੈਂਗਸਟਰਾਂ ਨੂੰ ਪ੍ਰਮੋਟ ਜਿਹੜੇ ਗਾਣੇ ਆਉਂਦੇ ਨੇ, ਪ੍ਰਮੋਟ ਕਰਦੇ ਨੇ ਗੀਤਾਂ ਦੇ ਵਿੱਚ, ਉਸ 'ਤੇ ਵੀ ਅਸੀਂ ਡਿਬੇਟ ਕਰ ਰਹੇ ਸੀ ਕਿ ਗਨ ਕਲਚਰ ਤੇ ਜਿਹੜੇ ਗਾਣੇ ਨੇ ਸੱਭਿਆਚਾਰ ਦਾ ਨੁਕਸਾਨ ਕਰ ਰਹੇ ਨੇ, ਉਹਨਾਂ ਨੂੰ ਰੋਕਣਾ ਜ਼ਰੂਰੀ ਹੈ। ਕਿਤੇ ਨਾ ਕਿਤੇ ਉਹ ਨੌਜਵਾਨਾਂ ਦੇ ਵਿੱਚ ਉਸ ਪ੍ਰਵਿਰਤੀ 'ਚ ਵਾਧਾ ਕਰਦੇ ਨੇ। ਕਿਤੇ ਨਾ ਕਿਤੇ ਫਾਇਰਿੰਗ ਵਿਆਹਾਂ ਦੇ ਵਿੱਚ ਕਿੰਨੇ ਬੇਕਸੂਰਾਂ ਦੀ ਹੁਣ ਤੱਕ ਜਾਨ ਜਾ ਚੁੱਕੀ ਹੈ, ਕੋਈ ਗਿਣਤੀ ਨਹੀਂ ਹੋਣੀ। ਬਹੁਤ ਸਾਰੇ ਪਰਿਵਾਰ ਅੱਜ ਵੀ ਰੋਂਦੇ ਨੇ ਆਪਣੇ ਬੱਚਿਆਂ ਨੂੰ ਯਾਦ ਕਰਕੇ ਜਿਨ੍ਹਾਂ ਦੀ ਨਜਾਇਜ਼ ਵਿਆਹ 'ਚ ਪਾਸੇ ਖੜਿਆਂ ਦੀ ਮੌਤ ਹੋ ਗਈ। ਬਹੁਤ ਸਾਰੇ ਐਸੇ ਘਟਨਾਕ੍ਰਮ ਵਾਪਰੇ ਨੇ। ਸੋ ਕਿਤੇ ਨਾ ਕਿਤੇ ਜਿਹੜੇ ਗਨ ਕਲਚਰ ਦੇ ਡਰਾਬੈਕਸ ਨੇ, ਜਿਹੜੇ ਉਸ ਦੇ ਨੁਕਸਾਨ ਨੇ, ਉਹਨਾਂ ਨੂੰ ਵੀ ਵਾਚਣਾ ਜ਼ਰੂਰੀ ਹੋ ਜਾਂਦਾ, ਉਹਨਾਂ ਨੂੰ ਵੀ ਸਮਝਣਾ ਜ਼ਰੂਰੀ ਹੋ ਜਾਂਦਾ। ਇਸ ਮੌਕੇ ਤੇ
ਖਾਸ ਕਰਕੇ ਜਿਵੇਂ ਅੱਜ ਅਮਰੀਕਾ ਦੀ ਘਟਨਾ ਨੇ ਬਹੁਤ ਕੁਝ ਫਿਰ ਇੱਕ ਵਾਰੀ ਸੋਚਣ ਤੇ ਮਜਬੂਰ ਕੀਤਾ ਹੈ। ਬਰਾੜ ਸਾਹਿਬ, ਮੇਰੀ ਬੇਨਤੀ ਹੈ ਮੈਨੂੰ 2 ਮਿੰਟ ਦੇ ਦਿਓ। ਜੀ। ਦੇਖੋ, ਗੱਲ ਇੱਕ ਹੈ, ਜਿਹੜੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਉਹ ਸਾਡੇ ਪੰਥ ਦੀ, ਸਾਡੀ ਕੌਮ ਦੀ ਸਿਰਮੌਰ ਉਹ ਸੰਸਥਾ ਦੇ ਮੁਖੀ ਨੇ। ਅਸੀਂ ਉਹਨਾਂ ਨੂੰ ਕ੍ਰਿਟੀਸਾਈਜ਼ ਕਰੀਏ, ਮੇਰੇ ਖਿਆਲ ਦੇ ਵਿੱਚ ਸਾਡਾ ਉਹ ਲੈਵਲ ਨਹੀਂ ਬਣਦਾ ਵੀ ਅਸੀਂ ਉਹਨਾਂ ਨੂੰ ਕ੍ਰਿਟੀਸਾਈਜ਼ ਕਰੀਏ। ਪਰ ਇੱਥੇ ਬੈਠ ਕੇ ਬੇਨਤੀਆਂ ਅਸੀਂ ਜ਼ਰੂਰ ਕਰ ਸਕਦੇ ਆ ਕਿ ਜੇ ਕਿਤੇ ਉੱਥੋਂ ਕੋਈ ਗੱਲ ਏਦਾਂ ਦੀ ਆਉਂਦੀ ਹੈ ਜਿਹਦਾ ਸਾਡੀ ਕੌਮ ਨੂੰ ਅੱਗੇ ਨੁਕਸਾਨ ਹੋਵੇ, ਉਹਤੇ ਬੇਨਤੀ ਮੇਰੇ ਖਿਆਲ ਕਰ ਦੇਣੀ ਜ਼ਰੂਰ ਬਣਦੀ ਹੁੰਦੀ ਹੈ। ਦੇਖੋ, ਅੱਜ ਜਿਹੜਾ ਸਮਾਂ ਹੈ, ਇਹ ਸਮੇਂ ਦੇ ਵਿੱਚ ਲੋੜ ਤਾਂ ਸਾਨੂੰ ਆਰਥਿਕਤਾ ਨੂੰ, ਆਪਦੀ ਸੂਬੇ ਦੀ ਨੂੰ, ਕੌਮ ਦੀ ਨੂੰ ਮਜ਼ਬੂਤ ਕਰਨ ਦੀ ਹੈ। ਅੱਜ ਕੱਲ ਦੁਨੀਆ 'ਚ ਲੜਾਈ ਵੀ ਆਰਥਿਕਤਾ ਦੀ ਹੈ। ਦੇਖੋ, ਅਸੀਂ ਆਪਣੇ ਸਿੱਖੀ ਸਿਧਾਂਤਾਂ ਨੂੰ ਮਜ਼ਬੂਤ ਕਰ ਲਈਏ, ਅਸੀਂ ਆਪਣੇ ਐਜੂਕੇਸ਼ਨ ਸਿਸਟਮ ਨੂੰ ਮਜ਼ਬੂਤ ਕਰ ਦਈਏ। ਬਹੁਤ ਸਾਰਾ ਯੂਥ ਸਾਡਾ ਬਾਹਰ ਜਾ ਰਿਹਾ ਹੈ, ਅਸੀਂ ਕਹਿੰਦੇ ਵੀ ਯੂਥ ਆ ਜਿਹੜਾ ਜਾਂਦਾ ਹੈ, ਅਸੀਂ ਉਹੋ ਜਿਹੇ ਪ੍ਰਬੰਧ ਕਰ ਲਈਏ ਵੀ ਜਿਹੜੇ ਉਹਨਾਂ ਦੇ ਬੱਚੇ ਹੈ ਉਹ ਸਾਡੀ ਕਮਿਊਨਿਟੀ ਨਾਲੋਂ ਨਾਲ ਟੁੱਟਣ, ਉਹ ਆ ਕੇ ਇੱਧਰ ਪੜ੍ਹ ਲੈਣ, ਉਹੋ ਜਿਹੇ ਅਰੇਂਜਮੈਂਟ ਕਰ ਦਈਏ। ਲੋੜ ਤਾਂ ਉਹਨਾਂ ਦੀ ਜ਼ਿਆਦਾ ਹੈ, ਹਥਿਆਰ ਦੀ ਸਾਨੂੰ ਓਡੀ ਵੱਡੀ ਹਜੇ ਲੋੜ ਨਹੀਂ। ਉਹਦਾ ਕਾਰਨ ਹੈ, ਮੈਂ ਇੱਕ ਦੱਸਣ ਲੱਗਿਆ, ਪਿਛਲੇ ਬੈਕਗ੍ਰਾਉਂਡ ਤੋਂ ਵੀ ਸਾਨੂੰ ਸਿੱਖਣਾ ਚਾਹੀਦਾ। ਅਸੀਂ ਇੱਥੇ ਅਕਾਲ ਤਖਤ ਇੱਥੋਂ ਅਸੀਂ ਧਰਮ ਯੁੱਧ ਮੋਰਚਾ ਅਸੀਂ ਹਰਮੰਦਰ ਸਾਹਿਬ ਤੋਂ ਸ਼ੁਰੂ ਕਰ ਲਿਆ ਕਰਕੇ, ਉਸ ਦਾ ਬਾਅਦ ਚ ਕੀ ਹੋਇਆ, ਉਸ ਟਾਈਮ ਦੀ ਉਹ ਲੀਡਰਸ਼ਿਪ ਨੇ 1 ਲੱਖ ਮਰਜੀਵੜਾ ਵੀ ਭਰਤੀ ਕਰ ਲਿਆ। ਪਰ ਮਰਜੀਵੜਾ ਭਰਤੀ ਕਰਨ ਤੋਂ ਬਾਅਦ ਉਹ ਆਪ ਧਰਮ ਯੁੱਧ ਮੋਰਚਾ ਛੱਡ ਕੇ ਚਲੇ ਗਏ। ਉਹ 1 ਲੱਖ ਮਰਜੀਵੜਾ ਲੀਡਰਲੈਸ ਹੋ ਗਿਆ, ਜਿਹੜਾ ਕਿ ਫਿਰ ਵੱਖ-ਵੱਖ ਧੜਿਆਂ ਦੇ ਵਿੱਚ ਵੰਡ ਕੇ, ਔਰ ਉਹ ਸਾਡਾ ਉਸ ਵੇਲੇ ਦੀ ਜਵਾਨੀ ਦਾ ਉਹ ਘਾਣ ਹੋਇਆ, ਨੁਕਸਾਨ ਹੋਇਆ। ਇਸ ਕਰਕੇ ਮੇਰੀ ਬੇਨਤੀ ਹੈ, ਅਸੀਂ ਬੇਨਤੀ ਕਰ ਸਕਦੇ ਹਾਂ ਜਥੇਦਾਰ ਸਾਹਿਬ ਨੂੰ ਕਿ ਆਪਾਂ ਨੂੰ ਇਸ ਕਲਚਰ ਨੂੰ ਵਧਾਵਾ ਦੇਣ ਤੋਂ ਪਹਿਲਾਂ ਅਸੀਂ ਹੋਰ, ਸਾਡੇ ਕੋਲੇ ਬੜੇ ਕੌਮ ਦੇ ਮੁੱਦੇ ਨੇ, ਅਸੀਂ ਪਤਿਤ ਹੁੰਦੇ ਜਾ ਰਹੇ ਹਾਂ। ਸਾਡੇ ਵਰਗੇ ਪੰਥ ਦੇ ਨਾਲ ਜੁੜਨ, ਸਿੱਖੀ ਸਰੂਪ ਚਾਉਣ, ਹੋਰ ਐਜੂਕੇਸ਼ਨ ਨੂੰ ਅਸੀਂ ਮਜ਼ਬੂਤ ਕਰੀਏ, ਅਸੀਂ ਆਪਣੀ ਨੌਜਵਾਨੀ ਨੂੰ ਸੇਧ ਦੇ ਦਈਏ, ਨੌਜਵਾਨੀ ਨੂੰ ਸੇਧ ਦੇਈਏ, ਆਰਥਿਕ ਤੌਰ ਤੇ ਮਜ਼ਬੂਤ ਕਰੀਏ ਕੌਮ। ਇਹ ਗੱਲਾਂ ਦੀ ਜ਼ਿਆਦਾ ਜ਼ਰੂਰਤ। ਗਰੇਵਾਲ ਸਾਹਿਬ, ਨਿਚੋੜ ਜੇ ਆਪਾਂ ਦੇਖੀਏ, ਕੋਈ ਵੀ ਚਲੋ ਜਥੇਦਾਰ ਸਾਹਿਬ ਦੀ ਗੱਲ ਨੂੰ ਚੈਲੰਜ ਨਹੀਂ ਕਰਦਾ, ਜਾਂ ਉਹਨਾਂ ਨੂੰ ਕੋਈ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਜਾਂ ਉਹਨਾਂ ਨੇ ਜਿਹੜੇ ਅਪੀਲ ਹੀ ਕੀਤੀ ਹੈ, ਉਹਨਾਂ ਨੇ ਵੀ ਕੋਈ ਆਦੇਸ਼ ਨਹੀਂ ਦਿੱਤੇ, ਉਹਨਾਂ ਨੇ ਵੀ ਕਿਹਾ ਕਿ ਇਹ ਮੈਂ ਅਪੀਲ ਕਰਦਾ। ਪਰ ਫਿਰ ਵੀ ਕਈ ਵਾਰੀ ਜਦੋਂ ਘਟਨਾਵਾਂ ਵਾਪਰਦੀਆਂ ਨੇ, ਜਿਸ ਤਰ੍ਹਾਂ ਦੇ ਸਿਸਟਮ 'ਚ ਤੁਸੀਂ ਰਹਿੰਦੇ ਹੋ, ਜਿਹੜਾ ਆਪਾਂ ਜ਼ਿਕਰ ਕਰ ਰਹੇ ਸੀ, ਤੁਸੀਂ ਪੰਜਾਬ ਦੇ DGP ਦਾ ਜ਼ਿਕਰ ਕੀਤਾ, ਜੇ ਲਾਅ ਐਂਡ ਆਰਡਰ ਦੀ ਸਮੱਸਿਆ ਤਾਂ ਪੁਲਿਸ ਦੀ ਜ਼ਿੰਮੇਵਾਰੀ ਹੈ। ਕੀ ਲਾਅ ਐਂਡ ਆਰਡਰ ਦੀ ਸਮੱਸਿਆ ਦਾ ਇਹ ਹੱਲ ਹੈ ਕਿ ਹਰ ਕੋਈ ਹਥਿਆਰ ਰੱਖ ਲੇ? ਦੇਖੋ ਬਰਾੜ ਸਾਹਿਬ, ਮੈਨੂੰ ਲੱਗਦਾ ਵੀ ਜਿੰਨੇ ਵੀ ਪੈਨਲਿਸਟ ਆ ਸਾਰਿਆਂ ਨੇ ਗੱਲ ਜਥੇਦਾਰ ਸਾਹਿਬ ਦੇ, ਜਿੱਥੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਥੇਦਾਰ ਸਾਹਿਬ ਦੇ ਸਤਿਕਾਰ ਵਿੱਚ ਸਾਰਿਆਂ ਨੇ ਗੱਲ ਕੀਤੀ ਹੈ, ਜਿਹੜੀ ਹੋਣੀ ਚਾਹੀਦੀ ਆ। ਕਿਉਂਕਿ ਇੱਕ ਗੱਲ ਪੱਕੀ ਆ ਕਿ ਮੰਨ ਲੈਣੀ ਚਾਹੀਦੀ ਹੈ ਕਿ ਜਥੇਦਾਰ ਸਾਹਿਬ ਦਾ ਕਿਸੇ ਸਿਆਸੀ ਪਾਰਟੀ ਨਾਲ ਹਮਾਇਤ ਜਾਂ ਵਿਰੋਧ ਨਹੀਂ ਹੈਗਾ, ਭਾਵੇਂ ਅਸੀਂ ਉਹਨਾਂ ਦੇ ਇਸ ਗੱਲ ਦਾ ਦੋਸ਼ ਮਾਰ ਦਿੰਦੇ ਹਾਂ। ਪਰ ਮੈਂ ਇੱਕ ਬੇਨਤੀ ਕਰਦਾ ਹਾਂ ਕਿ ਆਪਣੇ ਗਰਗ ਸਾਹਿਬ ਨੇ ਜ਼ਿਕਰ ਕੀਤਾ ਸੀ ਕਿ ਜਿਹੜਾ ਗਨ ਕਲਚਰ ਦੇ ਬਾਰੇ 'ਚ ਕਲਾਕਾਰ ਕਰਦੇ ਨੇ ਜਾਂ ਨਗੇਜ਼ਵਾਦ ਦੇ ਬਾਰੇ ਗੱਲ ਕਰਦੇ ਨੇ। ਦੇਖੋ, ਜਥੇਦਾਰ ਸਾਹਿਬ ਨੇ ਅੱਜ ਦਾ ਨਹੀਂ, ਪਹਿਲਾਂ ਤੋਂ ਅਸੀਂ ਇਸ ਗੱਲ ਦੇ ਡਟ ਕੇ ਖਿਲਾਫ ਹਾਂ ਕਿ ਸਾਡੇ ਗਾਣਿਆਂ ਦੇ ਵਿੱਚ ਜਿਹੜਾ ਇਹ ਕੀਤਾ ਜਾਂਦਾ ਨਾ, ਉਤਸ਼ਾਹਤ ਕੀਤਾ ਜਾਂਦਾ, ਜਿਹਦੇ ਕਰਕੇ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ। ਇਹਨਾਂ ਚੀਜ਼ਾਂ ਦਾ ਵਿਰੋਧ ਜਿਹੜਾ ਹਮੇਸ਼ਾ ਕੀਤਾ ਜਾਂਦਾ, ਪਰ ਸਰੰਗਲ ਸਾਹਿਬ ਨੇ ਗੱਲ ਨੂੰ ਬਹੁਤ ਤਰ੍ਹਾਂ ਕਲੀਅਰ ਤੇ ਸਪਸ਼ਟ ਕਰ ਦਿੱਤਾ ਕਿ ਵੇਖੋ 4 ਲੱਖ ਲਾਇਸੈਂਸ ਪਹਿਲਾਂ ਹੈਗਾ, ਤੇ ਜੈਬੰਦ ਸਿੰਘ ਜੀ ਨੇ ਇਸ ਗੱਲ ਦੇ ਵਿੱਚ ਇੰਨਾ ਕਿ ਐਡੀਸ਼ਨ ਕੀਤੀ ਆ ਕਿ ਜਥੇਦਾਰ ਸਾਹਿਬ ਨੇ ਕਹਿਤਾ ਕਿ ਮਾਡਰਨ ਹਥਿਆਰ। ਹੁਣ ਮੈਨੂੰ ਨਹੀਂ ਪਤਾ ਵੀ ਮਾਡਰਨ ਹਥਿਆਰ ਜਿਹੜੇ ਲਾਇਸੈਂਸੀ ਆ ਉਹ ਕਿੰਨੇ ਕੁ ਮਾਡਰਨ ਹੁੰਦੇ ਨੇ, ਪਰ ਅਖੀਰ ਤੇ ਦੇਖੋ ਗੱਲ ਇਹ ਆ, ਮੈਂ ਬੇਨਤੀ ਇਹ ਕਰਦਾ, ਸੁਖਦੇਵ ਸਿੰਘ ਜੀ ਨੇ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ, ਪਰ ਮੈਂ ਇਹ ਗੱਲ ਕਰਦਾ ਕਿ ਜਥੇਦਾਰ ਸਾਹਿਬ ਦਾ ਬਿਆਨ ਹੈ ਨਾ ਜਿਹੜਾ, ਹੁਣ ਇੱਥੇ ਗੱਲ ਤਾਂ ਇਹ ਕਰਤੀ ਆਪਾਂ ਕਿ ਸਰਕਾਰ ਦਾ ਫਰਜ਼ ਹੈ ਕਿ ਅਸੀਂ ਜਿਹੜੀ ਸੁਰੱਖਿਆ ਮੁਹੱਈਆ ਕਰਾਈ ਜਾਵੇ। ਪਰ ਹੁਣ ਮਾਫ ਕਰਨਗੇ ਗਰਗ ਸਾਹਿਬ, ਭਾਵੇਂ ਇਹ ਕਹਿ ਦੇਣਗੇ ਕਿ 2 ਮਹੀਨੇ ਹੋਇਆ ਸਾਡੀ ਸਰਕਾਰ ਨੂੰ, ਤੁਸੀਂ ਦੇਖੋ ਤਾਂ ਸਹੀ ਪਿਛਲੇ ਦਿਨਾਂ ਦੇ ਵਿੱਚ ਇਹੋ ਹੀ ਸਾਡੇ ਭਾਵੜਾ ਸਾਹਿਬ ਨੇ ਐਨਾਲਿਸਿਸ ਦਿੱਤਾ ਸੀ ਪਿਛਲੇ ਸਮੇਂ ਦਾ, ਕਹਿੰਦੇ ਵੀ ਪਹਿਲੇ ਜਿਹੜੇ ਸਾਲਾਂ ਦੇ ਵਿੱਚ ਮਹੀਨਿਆਂ ਦੇ ਵਿੱਚ 60 ਕਤਲ ਹੁੰਦੇ ਸੀ। ਮੈਂ ਗਰੇਵਾਲ ਸਾਹਿਬ ਉਹੀ ਗੱਲ ਤਾਂ ਮੈਂ ਕਰ ਰਿਹਾ ਹਾਂ, ਤਾਂ ਮੈਂ ਜਵਾਬ ਲੈ ਲੈਣਾ ਗਰਗ ਸਾਹਿਬ। ਮੇਰੀ ਗੱਲ ਉੱਥੇ ਜੇ ਲਾਅ ਐਂਡ ਆਰਡਰ ਦੀ ਸਮੱਸਿਆ ਹੈ, ਜੇ ਲੋਕਾਂ ਨੂੰ ਗੈਂਗਸਟਰ ਫਰੋਤੀਆਂ ਮੰਗਦੇ ਨੇ, ਤੰਗ ਕਰਦੇ ਨੇ, ਉਹਨਾਂ ਦੀ ਸੁਰੱਖਿਆ ਦਾ ਮਸਲਾ ਹੈ, ਤਾਂ ਇਹ ਲਾਅ ਐਂਡ ਆਰਡਰ ਦੀ ਫੇਲਿਅਰ ਹੈ ਔਰ ਇਸ ਦੇ ਲਈ ਪੁਲਿਸ ਨੂੰ ਐਕਸ਼ਨ ਲੈਣਾ ਪਏਗਾ। ਆਪਾਂ ਹੀ ਹਥਿਆਰ ਚੱਕ ਕੇ ਲੜਨ ਲੱਗ ਮੇਰੀ ਬੇਨਤੀ ਨਹੀਂ ਮੇਰੀ ਆਏ ਨਹੀਂ ਗੱਲ ਤੁਸੀਂ ਵੇਖੋ ਕਿ ਹੁਣ ਕੱਲ ਪਰਸੋਂ ਖਬਰ ਤੁਸੀਂ ਵੀ ਦਿੱਤੀ ਸੀ ਆਪਣੇ ਟੀਵੀ ਤੇ ਕਿ ਇੱਕ DSP ਜਿਹੜਾ ਆਪਣੇ ਆਪ ਦੇ ਵਿੱਚ ਬੜਾ ਇੱਕ ਮਜ਼ਬੂਤ ਤੇ ਆਤਮ ਬਲ ਵਾਲਾ ਬੰਦਾ ਹੁੰਦਾ, ਉਹਦਾ ਫੋਨ ਖੋਲ ਕੇ ਖੋ ਕੇ ਭੱਜ ਗਿਆ ਜੀ। ਭਾਵੇਂ ਇਹ ਗੱਲ ਠੀਕ ਆ ਕਿ ਅੱਜ ਦੇ ਸਰਕਾਰ ਦਾ ਉਹਨਾਂ ਕਸੂਰ ਨਹੀਂ ਆ, ਪਿਛਲੇ ਲਾਅ ਐਂਡ ਆਰਡਰ ਦਾ ਮਸਲਾ ਹੋ ਗਿਆ ਚੱਲ ਰਹੇ ਨੇ,
ਉਹ ਲਾਅ ਐਂਡ ਆਰਡਰ ਦਾ ਮਸਲਾ ਹੋ ਗਿਆ। ਮੈਂ ਕਿਹਾ ਜੀ ਮੈਂ ਗੱਲ ਕਰਦਾ, ਜੇ ਹੁਣ ਸਰਕਾਰ ਨਹੀਂ ਕਿਸੇ ਦਾ ਸੁਰੱਖਿਆ ਕਰ ਸਕਦੀ ਤੇ ਫਿਰ ਬੰਦਾ ਆਪਦੀ ਜਿਹੜਾ ਤੁਹਾਨੂੰ ਸਰਕਾਰ ਨੇ ਮੁਹੱਈਆ ਕੀਤਾ ਗਰਗ ਸਾਹਿਬ ਆਪਦੀ ਸਭਾ ਰੱਖੇ ਹੋਏ ਕਰ ਸਕਦੇ ਆ, ਅਸੀਂ ਉਹਨੂੰ ਬੰਦ ਕਿਉਂ ਕਰ ਰਹੇ? ਸਮਝਦੇ ਹੋ ਵੀ ਲਾਅ ਐਂਡ ਆਰਡਰ ਦਾ ਮਸਲਾ ਹੈ ਤੇ ਇਹ ਲਾਅ ਐਂਡ ਆਰਡਰ ਪ੍ਰਸ਼ਾਸਨ ਦਾ, ਸਰਕਾਰ ਦਾ ਕੰਮ ਹੈ ਠੀਕ ਕਰਨਾ। ਦੇਖੋ ਲਾਅ ਐਂਡ ਆਰਡਰ ਵਾਕਿਆ ਹੀ ਕਿਸੇ ਵੀ ਸੂਬਾ ਸਰਕਾਰ ਦਾ ਜਾਂ ਕੇਂਦਰ ਸਰਕਾਰ ਹੈਗੀ ਹੈ ਤੇ ਜੇ ਸੂਬਾ ਹੈ ਤਾਂ ਸੂਬਾ ਸਰਕਾਰ ਦਾ ਪਹਿਲਾ ਫਰਜ਼ ਹੁੰਦਾ ਹੈ ਆਪਣੇ ਜਿਹੜੇ ਨਾਗਰਿਕ ਹੈਗੇ ਆ ਉਹਨਾਂ ਨੂੰ ਸੁਰੱਖਿਆ ਤੇ ਅਮਨ ਸ਼ਾਂਤੀ ਪ੍ਰੋਵਾਈਡ ਕਰਨਾ, ਔਰ ਆਮ ਆਦਮੀ ਪਾਰਟੀ ਇਸ ਦੇ ਵਿੱਚ ਪੂਰੀ ਤਤਪਰ ਹੈ, ਪੂਰੀ ਕਮਿਟਡ ਵੀ ਹੈਗੀ ਹੈ। ਮੈਂ ਇੱਕ ਚੀਜ਼ ਇੱਥੇ ਐਗਜ਼ਾਮਪਲ ਦੇਣੀ ਚਾਹੁੰਦਾ ਹੈਗਾ, ਜਿੱਥੋਂ ਤੱਕ ਲਾਇਸੈਂਸੀ ਹਥਿਆਰਾਂ ਦੀ ਗੱਲ ਹੈਗੀ ਹੈ, 2007 ਤੋਂ ਲੈ ਕੇ 2017 ਤੱਕ ਪੰਜਾਬ ਦੇ ਵਿੱਚ ਜਿਹੜੇ ਲਾਇਸੈਂਸੀ ਹਥਿਆਰ ਸੀ, ਸਭ ਤੋਂ ਵੱਧ ਲਾਇਸੈਂਸ ਜਿਹੜੇ ਹੈਗੇ ਆ ਉਸ ਸਮੇਂ ਦੇ ਦੌਰਾਨ ਬਣੇ ਸੀ। ਉਸ ਸਮੇਂ ਦੇ ਦੌਰਾਨ ਤੁਸੀਂ ਥੋੜਾ ਪਿੱਛੇ ਝਾਤੀ ਮਾਰੋ, ਤਸਕਰ ਵੀ ਉਦੋਂ ਹੀ ਪੈਦਾ ਹੋਏ, ਗੈਂਗਸਟਰ ਵੀ ਉਦੋਂ ਹੀ ਪੈਦਾ ਹੋਏ, ਔਰ ਜਿਹੜੀਆਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਵੀ ਉਦੋਂ ਹੀ ਪੈਦਾ ਹੋਣੀਆਂ ਸ਼ੁਰੂ ਹੋਈਆਂ। ਜੇ ਅਸੀਂ ਵਰਲਡ ਲੈਵਲ ਤੇ ਵੀ ਗੱਲ ਕਰੀਏ, ਉਹ ਮੁਲਕ ਜਿੱਥੇ ਹਥਿਆਰ ਬੜੇ ਆਮ ਵਿਕਦੇ ਆ, ਆਮ ਮਿਲਦੇ ਆ, ਚਾਹੇ ਅਫਗਾਨਿਸਤਾਨ ਦੇਖ ਲਓ, ਅਮਰੀਕਾ ਦੇਖ ਲਓ, ਜਿੱਥੇ ਵੀ ਦੇਖ ਲਓ, ਉਹਨਾਂ ਦਾ ਜਿਹੜਾ ਅੱਜ ਹਾਲ ਹੈਗਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈਗੇ ਆ। ਮੈਂ ਇੱਕ ਵਾਰ ਫਿਰ ਤੁਹਾਡੇ ਚੈਨਲ ਦੇ ਮਾਰਫਤ ਜਿਹੜੇ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ, ਜਿਹੜੇ ਸ਼ਾਇਦ ਇਤਿਹਾਸ ਦੇ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਪੜ੍ਹੇ ਲਿਖੇ PhD ਨੇ, ਫਾਰਸੀ ਦੇ ਵਿਦਵਾਨ ਨੇ, ਅਸੀਂ ਉਹਨਾਂ ਨੂੰ ਤੁਹਾਡੇ ਚੈਨਲ ਦੇ ਮਾਰਫਤ ਅਪੀਲ ਕਰਦੇ ਹੈਗੇ ਆ ਕਿ ਅੱਜ ਜ਼ਰੂਰਤ ਹੈ ਉਹ ਸਮਾਜ ਨੂੰ ਸੇਧ ਦੇਣ, ਉਹ ਲੋਕਾਂ ਨੂੰ ਕਹਿਣ ਕਿ ਮਾਡਰਨ ਪੜ੍ਹਾਈ ਦੀ ਜ਼ਰੂਰਤ ਹੈ। ਅੱਜ ਉਹਨਾਂ ਦੀ ਅਪੀਲ ਅਸਰ ਕਰਦੀ ਹੈ। ਉਹਨਾਂ ਨੂੰ ਅਪੀਲ ਕਰਨੀ ਚਾਹੀਦੀ ਹੈ ਜੇ ਪਾਣੀ ਬਚਾਉਣ ਦੀ ਜ਼ਰੂਰਤ ਹੈ, ਅੱਜ ਧਰਤੀ ਬਚਾਉਣ ਦੀ ਜ਼ਰੂਰਤ ਹੈਗੀ ਹੈ, ਅੱਜ ਸਿੱਖੀ ਨੂੰ ਬਚਾਉਣ ਦੀ ਜ਼ਰੂਰਤ ਹੈ, ਸਿੱਖੀ ਦੇ ਨਾਲ ਲੋਕਾਂ ਨੂੰ ਜੋੜਨ ਦੀ ਜ਼ਰੂਰਤ ਹੈਗੀ ਹੈ। ਉਹ ਅਪੀਲਾਂ ਤੇ ਗਰਗ ਸਾਹਿਬ ਉਹਨਾਂ ਨੇ ਸਾਰੀਆਂ ਕੀਤੀਆਂ ਵੀ ਨੇ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਉਹ ਅਪੀਲਾਂ ਉਹਨਾਂ ਨੇ ਸਾਰੀਆਂ ਕੀਤੀਆਂ ਨੇ, ਸਵਾਲ ਸਿਰਫ ਮਾਡਰਨ ਹਥਿਆਰਾਂ ਤੇ ਆ ਕੇ ਖੜਾ ਹੋਇਆ। ਮੈਂ ਉਹੀ ਕਹਿ ਰਿਹਾ ਸਰ ਕਿ ਅੱਜ ਜਿਹੜਾ ਸਾਡੇ ਸਮਾਜ ਨੂੰ, ਸਾਡੇ ਪੰਜਾਬ ਨੂੰ ਮਾਡਰਨ ਹਥਿਆਰਾਂ ਦੀ ਨਹੀਂ, ਮਾਡਰਨ ਸ਼ਾਂਤੀ ਦੀ, ਮਾਡਰਨ ਵਿਕਾਸ ਦੀ, ਮਾਡਰਨ ਸੋਚ ਦੀ ਜ਼ਰੂਰਤ ਹੈ। ਸਰੰਗਲ ਸਾਹਿਬ ਤੁਸੀਂ ਤੇ ਪ੍ਰਸ਼ਾਸਨਿਕ ਤਜਰਬਾ ਰੱਖਦੇ ਹੋ, ਤੁਸੀਂ ਇਹਨਾਂ ਚੀਜ਼ਾਂ ਨੂੰ ਹੋਰ ਜ਼ਿਆਦਾ ਐਲੈਬੋਰੇਟ ਕਰ ਸਕਦੇ ਹੋ ਕਿ ਜੇ ਗੈਂਗਸਟਰਾਂ ਵਾਲਾ ਮਸਲਾ ਹੈ, ਲੋਕਾਂ ਦੀ ਸੁਰੱਖਿਆ ਦਾ ਮਸਲਾ ਹੈ, ਤਾਂ ਉਸ ਮਸਲੇ ਨੂੰ ਉਸ ਲੈਵਲ ਤੇ ਹੱਲ ਕਰਨਾ, ਐਡਮਿਨਿਸਟ੍ਰੇਸ਼ਨ ਲੈਵਲ ਤੇ ਹੱਲ ਕਰਨਾ ਚਾਹੀਦਾ ਹੈ। ਮੇਰਾ ਖਿਆਲ ਇਹ ਹੈ ਕਿ ਜੀ ਪੰਜਾਬ ਦੇ ਵਿੱਚ ਜਦੋਂ ਅਸੀਂ ਇਹ ਗੱਲ ਕਰਦੇ ਕਿ ਲਾਅ ਐਂਡ ਆਰਡਰ ਖਰਾਬ ਹੋ ਗਿਆ, ਠੀਕ ਹੈ, ਕਿਉਂਕਿ ਕੁਝ ਪਿਛਲੇ ਸਮੇਂ 'ਚ ਪ੍ਰੋਬਲਮ ਆਈਆਂ ਜਿਹਦੇ ਕਰਕੇ ਜਿਹੜੀ ਹੈ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਜਿਹੜੀ ਹੈ, ਇਨਸਿਕਿਉਰਿਟੀ ਵਧੀ ਹੈ। ਪਰ ਅਗਰ ਇਹ ਕਹੀਏ ਕਿ ਪੰਜਾਬ ਇੱਕ ਹੋਪਲੈਸ ਕੇਸ ਬਣ ਗਿਆ ਕਿ ਇੱਥੇ ਜੀ ਪਤਾ ਨਹੀਂ ਦਿਨ ਦਿਹਾੜੇ ਕਤਲ ਹੋ ਜਾਣੇ, ਐਸਾ ਵੀ ਅਜੇ ਕੁਝ ਨਹੀਂ ਹੋਇਆ। ਪੰਜਾਬ ਦੀ ਐਡਮਿਨਿਸਟ੍ਰੇਸ਼ਨ, ਪੰਜਾਬ ਦੀ ਕੋਈ ਵੀ ਚਾਹੇ ਸਰਕਾਰ ਰਹੀ ਹੈ ਤੇ ਪੰਜਾਬ ਦੀ ਪੁਲਿਸ, ਇਹ ਕਾਫੀ ਪੁਖਤਾ ਹੈ, ਇੱਥੇ ਪ੍ਰਬੰਧ ਹੈਗਾ। ਜਿਹੜੀਆਂ ਪ੍ਰੋਬਲਮ ਆਈਆਂ ਨੇ ਪਿਛਲੇ, ਗਰਗ ਸਾਹਿਬ ਨੇ ਵੀ ਜਿੱਦਾਂ ਦੱਸਿਆ ਕਿ ਪਿਛਲੇ 15 ਸਾਲ ਦੇ ਵਿੱਚ ਆਈਆਂ ਨੇ, ਉਹਦਾ ਕਾਰਨ ਹੈਗਾ ਕਿ ਦੇਖੋ ਤਿੰਨ ਚੀਜ਼ਾਂ ਨੇ, ਇੱਕ ਡਰੱਗ, ਕ੍ਰਾਈਮ ਤੇ ਟੈਰਰਿਜ਼ਮ, ਇਹ ਤਿੰਨੋਂ ਇੰਟਰਰਿਲੇਟਡ ਹੁੰਦੀਆਂ ਨੇ। ਡਰੱਗ ਦੇ ਉੱਤੋਂ ਕ੍ਰਾਈਮ ਵੱਧਦਾ, ਡਰੱਗ ਦੇ ਉੱਤੋਂ ਪੈਸਾ ਆਉਂਦਾ, ਪੈਸੇ ਦੇ ਉੱਤੋਂ ਟੈਰਰਿਜ਼ਮ ਵੱਧਦਾ। ਇੰਟਰਨੈਸ਼ਨਲ ਲੈਵਲ ਤੇ ਇਹੀ ਟ੍ਰੈਂਡ ਹੈਗਾ। तो इस करके ऐसी कोई नहीं है, जिथों तक लॉ एंड ऑर्डर का मामला है, चाहे इंटरनल है चाहे एक्सटर्नल है, ਉਹਦੇ मेरा ख्याल है सारे पैनलिस्ट ਅਸੀਂ ਸਾਰੇ ਲੋਕ ਪੰਜਾਬ ਦੇ ਇੱਕ ਮਤ ਹਾਂ, ਉਹ ਸਰਕਾਰ ਵੀ ਇੱਕ ਮਤ ਹੈ। ਇਹ ਜਿਹੜੀ ਗੈਂਗਸਟਰ ਦੇ ਕਰਕੇ ਤੇ ਡਰੱਗ ਕਰਕੇ ਜਿਹੜੀਆਂ ਕ੍ਰਾਈਮ ਵਧਿਆ ਹੈਗਾ, ਦਿਨ ਦਿਹਾੜੇ ਜਿਹੜਾ ਵਧਿਆ ਹੈਗਾ ਇਹ ਕ੍ਰਾਈਮ, ਇਸ ਤੋਂ ਜਿਹੜਾ ਹੈ ਠੀਕ ਕੀਤਾ ਜਾ ਸਕਦਾ ਹੈ। ਕੁਝ ਮੈਂ ਜ਼ਰੂਰ ਕਹਾਂਗਾ, ਚਾਹੇ ਕੁਝ ਲੋਕ ਉਹਨੂੰ ਬੁਰਾ ਹੀ ਸਮਝਣ, ਕਿ ਐਡਮਿਨਿਸਟ੍ਰੇਸ਼ਨ ਨੂੰ ਤੇ ਪੁਲਿਸ ਨੂੰ ਨਾ ਕਦੀ ਵੀਕ ਨਹੀਂ ਹੋਣ ਦੇਣਾ ਚਾਹੀਦਾ। ਮੈਂ ਨਹੀਂ ਕਹਿੰਦਾ ਕਿ ਉਹ ਐਕਸੈਸਿਸ ਕਰਨ, ਜਿਹਨੂੰ ਮਰਜ਼ੀ ਗੋਲੀਆਂ ਮਾਰਨ, ਇਹ ਤਾਂ ਨਹੀਂ ਮੈਂ ਕਹਿੰਦਾ, ਲੇਕਿਨ ਇੰਨੀ ਵੀ ਪੁਲਿਸ ਵੀਕ ਨਹੀਂ ਕਰ ਦੇਣੀ ਚਾਹੀਦੀ ਸਾਨੂੰ ਪੋਲਿਟਿਕਸ ਦੇ ਰਾਹੀਂ ਕਿ ਸਾਡੀ ਸੁਰੱਖਿਆ ਦੇਣ ਤੋਂ ਸਮਰੱਥ ਹੋਏ। ਮੈਂ ਤੁਹਾਡੀ ਗੱਲ ਨੂੰ ਇੰਟਰਪਟ ਕਰ ਰਿਹਾ ਹਾਂ ਸਰੰਗਲ ਸਾਹਿਬ, ਤੁਹਾਡੇ ਚਲਾਨ ਹੋਇਆ, ਮੈਂ ਤੁਹਾਨੂੰ ਇੰਟਰਪਟ ਕਰ ਰਿਹਾ। ਤੁਹਾਡੇ ਕਹਿਣ ਦਾ ਮਤਲਬ ਹੈ ਸਿਆਸੀਕਰਨ ਹੋ ਰਿਹਾ, ਤੁਹਾਡੇ ਕਹਿਣ ਦਾ ਮਤਲਬ ਹੈ ਸਿਆਸੀਕਰਨ ਹੋ ਰਿਹਾ, ਤਾਂ ਕਮ ਵੀਕ ਹੋ ਰਹੀ ਹੈ। ਇਹ ਪਿਛਲੇ 20 ਸਾਲ ਤੋਂ ਸਿਆਸੀਕਰਨ ਇਸ ਢੰਗ ਦੇ ਨਾਲ ਹੋ ਰਿਹਾ ਹੈ ਕਿ ਪੁਲਿਸ ਵਾਲਿਆਂ ਦੇ ਗੱਲ ਪੈ ਰਹੇ ਨੇ ਲੋਕ। ਦੇਖੋ ਮੈਂ ਨਹੀਂ ਕਹਿੰਦਾ ਕਿ ਪੁਲਿਸ ਬਹੁਤ ਜ਼ਿਆਦਾ ਸੱਚੀ ਸੁੱਚੀ ਹੈ, ਲੇਕਿਨ ਜੇ ਅਸੀਂ ਸੜਕ ਤੇ ਖੜੇ ਬੰਦੇ ਦਾ, ਉਹਨੇ ਤੁਹਾਨੂੰ ਰੋਕਿਆ ਹੈਗਾ, ਉਹਨੇ ਤੁਹਾਡਾ ਲਾਇਸੈਂਸ ਮੰਗਿਆ ਤੇ ਉਹਦੇ ਨਾਲ ਤੂੰ ਮੈਂ ਕਰਕੇ ਗੱਲਾਂ ਕਰੀਏ ਔਰ ਉਸ ਨੂੰ ਫੋਨ ਫੜਾ ਦੀ ਉਹਦੇ ਹੱਥ ਵਿੱਚ, ਉਸ ਨੂੰ ਕੋਈ ਬੰਦਾ ਜਿਹੜਾ ਹੈਗਾ MLA ਜਾਂ MP ਜਿਹੜਾ ਗਾਲਾਂ ਕੱਢੇ, ਮੰਦੀ ਭਾਸ਼ਾ ਵਰਤੇ, ਆਪਾਂ ਸੋਸ਼ਲ ਮੀਡੀਆ ਤੇ ਦੇਖਿਆ। ਜੇ ਅਜਿਹਾ ਕਰਾਂਗੇ ਤੇ ਫਿਰ ਲਾਅ ਐਂਡ ਆਰਡਰ ਨੂੰ ਆਪਾਂ ਐਕਸਪੈਕਟ ਨਾ ਕਰੀਏ ਕਿ ਸਾਨੂੰ ਇਹੀ ਪੁਲਿਸ ਸੁਰੱਖਿਆ ਕਦੀ ਪ੍ਰਦਾਨ ਕਰ ਪਾਏਗੀ। ਜੈਬਾਸ ਜੀ ਤੁਹਾਡੇ ਤੋਂ ਮੈਂ ਕਮੈਂਟ ਚਾਹੂੰਗਾ। ਠੀਕ ਹੈ ਸੰਗਲ ਸਾਹਿਬ।
ਹਾਂਜੀ ਬਰਾੜ ਸਾਹਿਬ ਦੇਖੋ ਨਾਨ ਪੋਲੀਟੀਕਲ ਡਿਬੇਟ ਦੇ ਵਿੱਚ ਮੇਰਾ ਇੱਕੋ ਹੀ ਕਮੈਂਟ ਹੈ ਜੋ ਕਿ ਮੈਂ ਪਹਿਲੇ ਵੀ ਕਿਹਾ ਸੀਗਾ। ਹੁਣ ਮੈਂ ਬੜੀ ਸ਼ਾਂਤੀ ਦੇ ਨਾਲ ਗਰੇਵਾਲ ਸਾਹਿਬ ਨੂੰ ਇਹ ਅਪੀਲ ਕਰਨੀ ਚਾਹਨਾ ਕਿ ਜਿਹੜੇ ਸਾਡੀ ਸਿੱਖ ਕੌਮ ਹੈਗੀ ਹੈ, ਸਾਨੂੰ ਸ਼ਸਤਰਾਂ ਦੇ ਨਾਲ ਏਦਾਂ ਹੀ ਬਹੁਤ ਪਿਆਰ ਹੈ, ਇਹ ਸ਼ੁਰੂ ਤੋਂ ਹੈ। ਤੇ ਅਗਰ ਅਸੀਂ ਇਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਸੀਂ ਇਹਨਾਂ ਨੂੰ ਸੁਰੱਖਿਆ ਏਜੰਸੀ ਦੇ ਵਿੱਚ ਭੇਜਣ ਦੀ ਕੋਸ਼ਿਸ਼ ਕਰੀਏ, ਆਰਮੀ ਪੈਰਾਮਿਲਟਰੀ ਪੁਲਿਸ ਦੇ ਵਿੱਚ ਭੇਜਣ ਦੀ ਕੋਸ਼ਿਸ਼ ਕਰੀ, ਬੱਚਿਆਂ ਨੂੰ ਤਿਆਰ ਕਰੀਏ, ਬੱਚੇ ਉੱਥੇ ਖੁਸ਼ ਵੀ ਰਹਿੰਦੇ ਸੀਗੇ, ਅੱਗੇ ਵੀ ਖੁਸ਼ ਰਹਿਣਗੇ ਤੇ ਸਾਡੀ ਜਿਹੜੀ ਪਰੰਪਰਾ ਹੈ ਉਹ ਵੀ ਮੇਨਟੇਨ ਹੋ ਜਾਏਗੀ ਨੇਸ਼ਨ ਬਿਲਡਿੰਗ ਦੀ ਤੇ ਨੇਸ਼ਨ ਦੇ ਡਿਫੈਂਸ ਦੀ। ਤੋਂ ਇਹਦੇ ਵੱਲ ਅਗਰ ਐਸਜੀਪੀਸੀ ਧਿਆਨ ਦੇ ਤੇ ਮੈਂ ਬਹੁਤ ਜ਼ਿਆਦਾ ਐਸਜੀਪੀਸੀ ਦਾ ਸ਼ੁਕਰਗੁਜ਼ਾਰ ਹੋਵਾਂਗਾ, ਕਿਉਂਕਿ ਜਿੰਨੇ ਬੱਚੇ ਜਾਣੇ ਚਾਹੀਦੇ ਨੇ ਬਹੁਤ ਚੋਂ ਜਾ ਨਹੀਂ ਰਹੇ। ਆਖਰੀ ਕਮੈਂਟ, ਕੀ ਜਥੇਦਾਰ ਸਾਹਿਬ ਨੂੰ ਦੁਬਾਰਾ ਆਪਣੀ ਅਪੀਲ ਤੇ ਵਿਚਾਰ ਕਰਨਾ ਚਾਹੀਦਾ? ਬਰਾੜ ਸਾਹਿਬ ਬਿਲਕੁਲ ਉਹਨਾਂ ਨੂੰ ਆਪਣੀ ਅਪੀਲ ਤੇ ਵਿਚਾਰ ਕਰਨਾ ਚਾਹੀਦਾ। ਮੈਂ ਤੁਹਾਨੂੰ ਪਹਿਲਾਂ ਕਿਹਾ ਸਾਡਾ ਯੂਥ ਅਗਰੈਸਿਵ ਹੁੰਦਾ ਔਰ ਜਦੋਂ ਅਸੀਂ ਹਥਿਆਰ ਯੂਥ ਨੂੰ ਕਹਿ ਦਾਂਗੇ, ਅਸੀਂ ਉਹਨਾਂ ਨੂੰ ਆਪ ਕਹਾਂਗੇ ਵੀ ਤੁਸੀਂ ਹਥਿਆਰ ਚੱਕ ਲਓ, ਤਾਂ ਮੇਰੇ ਖਿਆਲ ਦੇ ਵਿੱਚ ਸਿਚੁਏਸ਼ਨ ਸਾਡੇ ਹੱਥ 'ਚ ਨਹੀਂ ਰਹਿਣੀ, ਹਾਲਾਤ ਸਾਡੇ ਤੋਂ ਬਾਹਰ ਹੋ ਜਾਣੇ ਨੇ। ਕਿਉਂਕਿ ਆਪਾਂ ਦੇਖਿਆ ਵਿਆਹਾਂ ਦੇ ਵਿੱਚ ਵੀ ਜਾ ਕੇ ਕਿਵੇਂ ਨਿਰਦੋਸ਼ ਲੋਕ ਮਾਰੇ ਜਾਂਦੇ, ਕਿਤੇ ਕੋਈ ਗਾਇਕ ਮਾਰਿਆ ਗਿਆ, ਕਿਤੇ ਕੋਈ ਮਾਰਿਆ ਗਿਆ। ਮੇਰੀ ਤਾਂ ਸਮਾਂ ਘਟ ਗਿਆ, ਨਹੀਂ ਤਾਂ ਮੇਰੀ ਕੋਸ਼ਿਸ਼ ਸੀ ਹੋਰ ਲੰਬਾ ਲੈ ਕੇ ਜਾਂਦੇ। ਗਰੇਵਾਲ ਸਾਹਿਬ ਬਹੁਤ ਛੋਟਾ ਜਿਹਾ ਕਮੈਂਟ, ਇਹੀ ਸਵਾਲ, ਕੀ ਦੁਬਾਰਾ ਵਿਚਾਰ ਕਰਨਾ ਚਾਹੀਦਾ? ਸਮਝਦੇ ਹੋ ਅੱਜ ਦੀ ਘਟਨਾ ਤੋਂ ਬਾਅਦ ਫਿਰ ਇਹ ਚੀਜ਼ ਸਾਹਮਣੇ ਆਈ ਹੈ ਕਿ ਕਿਤੇ ਨਾ ਕਿਤੇ ਦੁਬਾਰਾ ਇਸ ਅਪੀਲ ਤੇ ਵਿਚਾਰ ਹੋਣਾ ਚਾਹੀਦਾ, ਸਮਝਦੇ ਹੋ? ਨੇ ਵਧੀਆ ਗੱਲ ਕੀਤੀ ਆ, ਅਖੀਰ ਤੇ ਇਹ ਗੱਲ ਕਹੀ ਆ ਕਿ ਜਿਹੜਾ ਸੈਲਫ ਡਿਫੈਂਸ ਆ ਉਹ ਰੱਖਣੀ ਚਾਹੀਦੀ ਆ। ਪੰਜਾਬ ਦੇ ਹਾਲਾਤ ਚੰਗੇ ਨਹੀਂ ਹੈਗੇ। ਜਥੇਦਾਰ ਸਾਹਿਬ ਦੇ ਇਸ ਬਿਆਨ ਨੂੰ ਹੋਰ ਡੂੰਘਾਈ ਨਾਲ ਵਿਚਾਰ ਕਰਨੀ ਚਾਹੀਦੀ ਆ। ਜਥੇਦਾਰ ਸਾਹਿਬ ਨੇ ਕਿਸੇ ਨੂੰ ਨਹੀਂ ਕਿਹਾ ਹਥਿਆਰ ਚੁੱਕੋ, ਮਾਰੋ, ਡਾਕਾ ਮਾਰੋ। ਤਾਂ ਜਥੇਦਾਰ ਸਾਹਿਬ ਦੇ ਤੋਂ ਪਹਿਲਾਂ ਹੀ 4 ਲੱਖ ਹਥਿਆਰ ਪਹਿਲਾਂ ਹੀ ਲੋਕਾਂ ਨੇ ਲਾਇਸੈਂਸ ਬਣਾਏ ਆ, ਸਰੰਗਲ ਸਾਹਿਬ ਨੇ ਦੱਸਿਆ। ਮੈਂ ਬੇਨਤੀ ਇਹ ਕਰਦਾ, ਭਾਵੇਂ ਫੈਸਲਾ ਤਾਂ ਜਥੇਦਾਰ ਸਾਹਿਬ ਦਾ ਆਪਣਾ ਵਾ, ਸਾਡੇ ਕਹਿਣ ਨਾਲ ਕੋਈ ਉਹ ਹੋਣਾ ਨਹੀਂ, ਪਰ ਫਿਰ ਵੀ ਮੈਂ ਜਿੰਨੇ ਪੈਨਲਿਸਟਾਂ ਨੇ ਸਤਿਕਾਰ ਦਿੱਤਾ ਜਥੇਦਾਰ ਸਾਹਿਬ ਨੂੰ, ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਜੈਬਲ ਸਿੰਘ ਨੂੰ ਵੀ ਇਹਨਾਂ ਦੇ ਜਿਹੜਾ ਸਵਾਲ ਹੈ ਐਸਜੀਪੀਸੀ ਨੂੰ ਜ਼ਰੂਰ ਅਸੀਂ ਉਹ ਔਨ ਕਰਾਂਗੇ ਤਾਂ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਬਹੁਤ ਛੋਟਾ ਜਿਹਾ, ਬਹੁਤ ਛੋਟਾ ਜਿਹਾ 30 ਸੈਕਿੰਡ। ਬਿਲਕੁਲ ਅਸੀਂ ਆਮ ਆਦਮੀ ਪਾਰਟੀ ਵੱਲੋਂ ਜਥੇਦਾਰ ਸਾਹਿਬ ਨੂੰ ਅਪੀਲ ਕਰਦੇ ਆ ਕਿ ਜਿਹੜੀ ਉਹਨਾਂ ਨੇ ਇਹ ਜਾਨੀ ਕਿ ਕਾਲ ਦਿੱਤੀ ਹੈ, ਅਪੀਲ ਕੀਤੀ ਹੈ, ਉਹਦੇ ਉੱਤੇ ਰੀਥਿੰਕ ਕਰਨ। ਠੀਕ ਹੈ, ਠੀਕ ਹੈ, ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਇਸ ਡਿਬੇਟ 'ਚ ਸ਼ਾਮਿਲ ਹੋਣ ਲਈ।